ਪੜ੍ਹੋ, ਸੁਣੋ, ਦੇਖੋ ਸਾਹਿਤ ਪਾਠ। ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ 9ਵੇਂ ਕਾਂਡ ਦਾ ਇਹ ਦੂਜਾ ਭਾਗ। ਰੂਪ ਆਪਣੀ ਬੇਜੀ ਤੇ ਬੱਚਿਆਂ ਨੂੰ ਲਿਆ ਕੇ ਮੰਡੀ ਰਹਿਣ ਲੱਗ ਪਈ। ਮੰਡੀ ਦੇ ਵਿਚਕਾਰ ਉਸ ਨੂੰ 2 ਕਮਰਿਆਂ ਵਾਲਾ ਚੁਬਾਰਾ 12 ਰੁਪਏ ਕਿਰਾਏ ਤੇ ਮਿਲ ਗਿਆ। ਆਲੇ ਦੁਆਲੇ ਦੇ ਚੁਬਾਰੇ ਸ਼ਰੀਫ ਤੇ ਮਹਾਜਨ ਮੱਤ ਵਾਲੇ ਪਰਿਵਾਰਾਂ ਦੇ ਸਨ। ਉਸ ਨੂੰ ਮੰਡੀ ਆ ਕੇ ਲੰਮੀ ਤਸੱਲੀ ਹੋ ਗਈ। ਗੁਰਮੀਤ ਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਪਿੰਡੋਂ ਮੂੰਹ ਹਨੇਰੇ ਉੱਠ ਕੇ ਆਉਣ ਦੀ ਤਕਲੀਫ ਮੁੱਕ ਗਈ। ਪਿੰਡ ਤੋਂ ਰੇਲ ਦੇ ਸਟੇਸ਼ਨ ਤੱਕ ਕੱਚਾ ਤੇ ਲੰਮਾ ਰਾਹ ਹੋਣ ਕਰਕੇ ਜੱਬੂ ਦਾ ਵੀ ਖਤਰਾ ਸੀ। ਸ਼ਾਇਦ ਬੰਦੇ ਲੈ ਕੇ ਬਦਨਾਮੀ ਦਾ ਮੌਕਾ ਪੈਦਾ ਕਰ ਦਿੰਦਾ। ਉਹ ਚਾਹੁੰਦੀ ਸੀ ਜੱਬੂ ਔਂਤਰੇ ਦਾ ਮਨ ਵਿੱਚ ਖਿਆਲ ਤੱਕ ਨਾ ਆਵੇ, ਫਿਰ ਹੀ ਉਹ ਜ਼ਿੰਦਗੀ ਦੀਆਂ ਭੁੱਖਾਂ ਲਾਉਣ ਵਾਲੇ ਕੰਮਾਂ ਨੂੰ ਸਿਰੇ ਚੜ੍ਹਾ ਸਕਦੀ ਸੀ। ਇਹਨਾਂ ਸੋਚਾਂ ਨੇ ਸਚਦੇਵ ਅੱਗੇ ਲੈ ਆਂਦਾ। ਪ੍ਰਿੰਸੀਪਲ ਵਾਂਗ ਕੋਈ ਜੱਬੂ ਨੂੰ ਜਰਕਾ ਦੇਵੇ ਜਾਂ ਛਿੱਤਰ ਫੇਰ ਦੇਵੇ, ਇਹ ਰੱਬ ਦਾ ਬੰਦਾ ਮੁੜ ਅੱਖ 'ਚ ਪਾਇਆ ਨਾ ਰੱਖੇ। ਉਹ ਮਾਸਟਰ ਸਚਦੇਵ ਨੂੰ ਖਤ ਲਿਖਣ ਬਹਿ ਗਈ। ਪਿਆਰੇ ਮਾਸਟਰ ਜੀ, ਜੈ ਹਿੰਦ। ਜਿਸ ਬਿਮਾਰੀ ਦਾ ਕਦੇ ਮੈਂ ਮਿਸ਼ਨ ਸਕੂਲ ਤੁਹਾਡੇ ਕੋਲ ਜ਼ਿਕਰ ਕੀਤਾ ਸੀ, ਉਹ ਮੁੜ ਜਾਗ ਪਈ ਹੈ। ਜ਼ਿੰਦਗੀ ਸ਼ਾਇਦ ਤੁਹਾਡੇ ਅਹਿਸਾਨਾਂ ਦਾ ਭਾਰ ਸਾਰੀ ਉਮਰ ਨਾ ਲਾ ਸਕੇ, ਪਰ ਮੈਂ ਇੱਕ ਅਹਿਸਾਨ ਹੋਰ ਮੰਗਦੀ ਹਾਂ। ਜੇ ਸੂਝ ਦੇ ਪੱਖ ਤੋਂ ਅੱਖਾਂ ਖੋਲ੍ਹੀਆਂ ਹਨ, ਤਦ ਇਹਨਾਂ ਨੂੰ ਜ਼ਖਮੀ ਹੋਣੋਂ ਵੀ ਬਚਾਓ। ਉੱਚੇ ਨੀਵੇਂ ਰਾਹ ਮੈਂ ਆਪ ਚੁਣ ਸਕਦੀ ਹਾਂ, ਇਸ ਲਈ ਆਥਣ ਸਵੇਰ ਤੁਸੀਂ ਆ ਕੇ ਸਭ ਕੁਝ ਅੱਖੀ ਵੇਖ ਜਾਓ। ਜ਼ਰੂਰੀ ਤਾਕੀਦ ਹੈ। ਧੰਨਵਾਦ। ਤੁਹਾਡੀ ਸ਼ਿਸ਼ ਜਗਰੂਪ ਕੌਰ। ਉਸ ਦੇ ਰੱਤੇ ਵਾਲ ਲੱਗ ਜਾਣ ਬਾਰੇ ਮਾਸਟਰ ਸਚਦੇਵ ਨੂੰ ਪਤਾ ਸੀ, ਕਿਉਂਕਿ ਲਗਵਾਉਣ ਵੇਲੇ ਵਿੱਤ ਅਨੁਸਾਰ ਸਚਦੇਵ ਨੇ ਭੱਜ ਦੌੜ ਕੀਤੀ ਸੀ। ਖਤ ਲਿਖ ਦੇਣ ਪਿੱਛੋਂ ਰੂਪ ਨੂੰ ਇੱਕ ਆਪ ਮੁਹਾਰੀ ਤਸੱਲੀ ਹੋ ਗਈ ਕਿ ਮਾਸਟਰ ਜੀ ਜ਼ਰੂਰ ਆਉਣਗੇ। ਸਚਦੇਵ ਦੀਆਂ ਗੱਲਾਂ ਉਸ ਬੀਜੀ ਕੋਲ ਬੜੀ ਵਾਰ ਦੁਹਰਾਈਆਂ ਸਨ। ਮਾਲਣ ਰੂਪ ਨਾਲ 1 ਹਫ਼ਤੇ ਦਾ ਵਾਅਦਾ ਕਰਕੇ ਆਈ ਸੀ। ਹਫ਼ਤਾ ਬੀਤ ਜਾਣ ਪਿੱਛੋਂ ਉਸ ਕਿਹਾ, ਰੂਪ ਤੇਰੇ ਬਾਪੂ ਜੀ ਰੋਟੀ ਵੱਲੋਂ ਔਖੇ ਹੁੰਦੇ ਹੋਣਗੇ, ਸਕੇ 1-2 ਦਿਨ ਪਕਾ ਦੇਣਗੇ। ਸਾਰੀ ਉਮਰ ਦਾ ਬੱਚੀਏ, ਉਹਨਾਂ ਠੇਕਾ ਨਹੀਂ ਲਿਆ ਨਾ। ਪਰ ਬੇਜੀ, ਮੈਂ ਤੈਨੂੰ ਹੁਣ ਪਰਾਂ ਨਹੀਂ ਕਰਨਾ ਚਾਹੁੰਦੀ। ਰੂਪ ਮੁੱਕ ਰੀਝ ਵਿੱਚ ਬੋਲੀ, ਮੈਂ ਤੇਰੇ ਕੋਲ ਹੀ ਹਾਂ। ਤੇਰੀ 25-27 ਖਬਰਸਾਰ ਲੈਂਦੀ ਰਹਾਂਗੀ। ਤੇਰੀ ਗਵਾਂਢਣ ਸੀਤਾ ਦੇਵੀ ਸਤਯੁਗੀ ਬੁੜੀ ਹੈ, ਸ਼ਹਿਰ ਵਰਗੀ ਗੱਲ ਹੈ। ਇੱਥੇ ਡਰੀ ਕਾਹਦਾ? ਮਾਲਣ ਨੇ ਧੀ ਨੂੰ ਕਈ ਤਰ੍ਹਾਂ ਤਸੱਲੀਆਂ ਦਿੱਤੀਆਂ। ਬੇਜੀ, ਡਰ ਤਾਂ ਇੱਥੇ ਕੋਈ ਨਹੀਂ। ਜੇ ਡਰ ਹੁੰਦਾ ਆਉਣ ਦੀ ਹੀ ਕੀ ਲੋੜ ਸੀ। ਮੈਂ ਚਾਹੁੰਦੀ ਹਾਂ ਤੂੰ ਮੇਰੇ ਕੋਲ ਸੁੱਖ ਦੇ ਦਿਹਾੜੇ ਕੱਢੇ। ਰੂਪ, ਤੂੰ ਬੜੀ ਭੋਲੀ ਏ। ਤੇਰੇ ਬਾਪੂ ਜੀ ਨੂੰ ਬੇਗਾਨਿਆਂ ਗੋਚਰਾ ਰੋਲਣ ਦੇਵਾਂ? ਨਹੀਂ, ਬਾਪੂ ਜੀ ਵੀ ਇੱਥੇ ਹੀ ਆ ਜਾਣਗੇ। ਖਮਲੀਏ, ਤੇਰਾ ਸਹੁਰਾ 100 ਲੁੱਤੀਆਂ ਲਾਵੇਗਾ। ਧੀ ਕਮਾਉਂਦੀ ਐ, ਮਾਂ ਪਿਓ ਬਹਿ ਕੇ ਖਾਂਦੇ ਐ। ਉਹਨਾਂ ਗੱਲਾਂ ਕਰਦੀਆਂ ਨੂੰ ਸੁਣ ਕੇ ਸੀਤਾ ਦੇਵੀ ਵੀ ਆ ਗਈ। ਧੀ ਨੂੰ ਸਰੇ ਤਾਂ ਕੋਲੋਂ ਦਈਏ, ਉਹਦਾ ਖਾਈਏ ਕਦੇ ਨਾ। ਕਿਉਂ ਬੇਬੇ? ਮਾਲਣ ਨੇ ਸੀਤਾ ਦੇਵੀ ਵੱਲ ਹੁੰਗਾਰਾ ਭਰਾਉਣ ਲਈ ਮੂੰਹ ਪਵਾਇਆ। ਸੱਤ ਕਹਿੰਦੀ ਏ ਮਾਈ। ਸੀਤਾ ਦੇਵੀ ਨੇ ਨਾਲ ਹੀ ਸਿਰ ਹਿਲਾਇਆ। ਤੁਹਾਡੇ ਖਿਆਲ ਪੁਰਾਣੇ ਆ ਬੇਜੀ। ਜਿਨ੍ਹਾਂ ਨੂੰ ਦੁੱਖ ਝੱਲ ਕੇ ਪਾਲੀਦਾ ਏ, ਉਹੀ ਬੁੱਢੇ ਬਾਰੇ ਸਹਾਰਾ ਬਣਦੇ ਆ। ਰੂਪ ਠੋਸ ਸੱਚਾਈ ਕਾਰਨ ਆਪਣੀ ਗੱਲ ਤੇ ਅੜ ਗਈ। ਸਾਨੂੰ ਸੁੱਖ ਦੇਣਾ ਮੁੰਡਿਆਂ ਦਾ ਫਰਜ਼ ਹੈ ਬੇਜੀ। ਕੁੜੀ ਮੁੰਡੇ 'ਚ ਹੁਣ ਕੋਈ ਫਰਕ ਨਹੀਂ ਰਹਿਣਾ। ਨਾਲੇ ਤੂੰ ਨੇਕ ਵੱਲੋਂ ਸੁੱਖ ਲੈਣ ਦੀ ਆਸ ਲਾ ਛੱਡ। ਰੂਪ ਨੇ ਹਕੀਕਤ ਮਾਲਣ ਦੇ ਮੂੰਹ ਤੇ ਹੀ ਕਹਿ ਮਾਰੀ। ਸੱਚਮੁੱਚ ਮੈਂ ਨੇਕ ਵੱਲੋਂ ਬਹੁਤ ਦੁਖੀ ਹਾਂ। ਜਿੱਦਣ ਦਾ ਗੱਡੀਆਂ 'ਚ ਲੱਗਿਆ ਏ, ਫੁੱਟੀ ਕੌਡੀ ਨਹੀਂ ਕਰ ਦਿੱਤੀ। ਮਾਲਣ ਨੇ ਹੌਕਾ ਲੈ ਕੇ ਆਖਿਆ, ਉਹਦਾ ਪਿਓ ਅੱਜ ਔਖਾ ਏ। ਅੱਛਾ, ਉਹਦੀ ਮਰਜ਼ੀ। ਅਸੀਂ ਤਾਂ ਔਖੇ ਸੌਖੇ ਦਿਨ ਪੂਰੇ ਕਰ ਲਵਾਂਗੇ, ਪਰ ਆਪਣੇ ਲੱਛਣੀ ਉਹੀ ਔਖਾ ਹੋਵੇਗਾ। ਮਾਲਣ ਨੇ ਅੱਖਾਂ ਭਰ ਲਈਆਂ। ਰੂਪ ਨੇ ਮਹਿਸੂਸ ਕੀਤਾ, ਮੈਂ ਦੁਖੀ ਗੱਲ ਕਾਹਨੂੰ ਕਰਨੀ ਸੀ। ਬੇਜੀ, ਤੂੰ ਮੇਰੇ ਦਿਲ ਦੀ ਪੁੱਛੇ, ਮੈਂ ਤੈਨੂੰ ਹੁਣ ਔਖੀ ਨਹੀਂ ਹੋਣ ਦੇਣਾ। ਨਿਸ਼ੰਗ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਨਾ ਸਕਾਂ। ਉਹ ਦਿਲ ਭਰ ਕੇ ਫੁੱਟ ਪਈ। ਸਦਕੇ ਧੀਏ, ਹੈਰਾਮ ਭਲੀ ਕਰੂ। ਬੇਜੀ ਨੇ ਸੁਮੇਰ ਨੂੰ ਪਿਆਰ ਨਾਲ ਚੁੰਮ ਲਿਆ। ਇਹ ਪੜ੍ਹਨਗੇ ਵੀ ਤੇ ਅਫਸਰ ਵੀ ਬਣਨਗੇ। ਕਿਉਂ ਡੱਡੀ? ਮੈਂ ਊੜੀ ਪਾਉਂਗਾ। ਸੁਮੇਰ ਖੁਸ਼ ਹੋਇਆ ਸੀ। ਊੜੀ ਨਹੀਂ ਹੁੰਦੀ, ਈੜੀ ਹੁੰਦੀ ਹੈ। ਗੁਰਮੀਤ ਨੇ ਬਾਲ ਉਪਦੇਸ਼ ਚੁੱਕਦਿਆਂ ਕਿਹਾ। ਬੇਬੇ ਜੀ, ਤੁਸੀਂ ਵੀ ਰੂਪ ਦਾ ਖਿਆਲ ਰੱਖਣਾ। ਮਾਲਣ ਨੇ ਗਵਾਂਢਣ ਸੀਤਾ ਦੇਵੀ ਨੂੰ ਦੇਖਭਾਲ ਵਜੋਂ ਆਖਿਆ। ਇੱਥੇ ਮਾਈ ਜੀ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ। ਚੋਰੀ ਚਕਾਰੀ ਸੁਣੀ ਤੱਕ ਨਹੀਂ, ਹੈਰਾਮ ਭਲੀ ਕਰੂ। ਸੀਤਾ ਦੇਵੀ ਗੁਆਂਢੀ ਹਿੱਤ ਪਿਆਰ ਨਾਲ ਬੋਲੀ। ਮੈਂ ਉਸ ਵੇੜੇ ਨਾ ਮੰਜਾ ਡਾਇਆ, ਇੱਧਰ ਪੈ ਰਿਹਾ ਕਰਾਂਗੀ। ਬੇਬੇ, ਤੇਰੀ ਬੜੀ ਮਿਹਰਬਾਨੀ। ਫਿਰ ਮੈਂ ਪਿੰਡ ਰੱਜ ਕੇ ਸੌਂ ਲਿਆ ਕਰਾਂਗੀ, ਨਹੀਂ ਤਾਂ ਕੂਨ ਦੇ ਬੱਚਿਆਂ ਵਾਂਗ ਮੇਰੀ ਸੁਤਾ ਇਹਨਾਂ 'ਚ ਰਿਹਾ ਕਰੇਗੀ। ਮਾਲਣ ਨੇ ਆਪਣੇ ਦਿਲ ਦੀ ਕਹਿ ਦਿੱਤੀ। ਮੈਂ ਮਾਈ ਜੀ ਇੱਥੇ ਪੈ ਰਿਹਾ ਕਰਾਂਗੀ, ਤੂੰ ਫਿਕਰ ਨਾ ਕਰੀ। ਰਾਮ ਸਭਨਾਂ ਦਾ ਹੈ। ਸੀਤਾ ਦੇਵੀ ਨੇ ਮਾਲਣ ਦਾ ਹੱਥ ਘੁੱਟਿਆ। ਮਾਲਣ ਦੇ ਚਲੇ ਜਾਣ ਪਿੱਛੋਂ ਰੂਪ ਸੁਮੇਰ ਨੂੰ ਆਪਣੇ ਨਾਲ ਰੱਤੇਵਾਲ ਲੈ ਜਾਣ ਲੱਗ ਪਈ। ਹੁਣ ਵੀ ਮਾਸਟਰ ਸ਼ਿਵਦੱਤ ਕਦੇ ਨਾ ਕਦੇ ਚਾਹ ਬਣਾ ਲੈਂਦਾ। ਬਣਾਉਂਦਾ ਉਹ ਰੂਪ ਨੂੰ ਪਿਆਉਣ ਲਈ ਸੀ,
ਪਰ ਰੂਪ ਨੇ ਗਰਮੀ ਦਾ ਬਹਾਨਾ ਲਾ ਕੇ ਕਦੇ ਉਸ ਦੀ ਚਾਹ ਨਹੀਂ ਸੀ ਪੀਤੀ। ਉਂਝ ਉਹ ਬੰਗਲੌਰ ਦੀ ਜ਼ਿੰਦਗੀ ਤੋਂ ਦੋਨੋਂ ਸਮੇਂ ਚਾਹ ਦੀ ਸ਼ੌਕੀਨ ਬਣ ਚੁੱਕੀ ਸੀ। ਉਹ ਸ਼ਿਵਦੱਤ ਦੇ ਮਚਲ-ਮਚਲ ਗੱਲਾਂ ਕਰਨ ਨੂੰ ਤਾੜ ਰਹੀ ਸੀ। ਉਸ ਨੂੰ ਆਪਣੇ ਆਪ ਹਾਸਾ ਤੇ ਗੁੱਸਾ ਵੀ ਆ ਜਾਂਦਾ। ਇਸ ਕੰਜਰ ਬੁੱਢੇ ਨੂੰ ਧੀ ਨਾਲ ਕਿੱਥੋਂ ਇਸ਼ਕ ਕੁੱਦਿਆ। ਸਾਹ ਇੰਸ਼ੋਰੈਂਸ ਵਾਲਿਆਂ ਕੋਲ ਗਹਿਣੇ ਕਰਵਾਈ ਫਿਰਦਾ ਏ ਤੇ ਸਾਰੀਆਂ ਦੋ ਚਪੇੜਾਂ ਦੀ ਬਿਮਾਰ ਨਹੀਂ। ਇੱਕ ਦਾ ਸਿਆਪਾ ਮੁੱਕਾ ਨਹੀਂ, ਇਹ ਦੂਜਾ ਥੋਰ ਸਕੂਲ 'ਚ ਜੰਮ ਪਿਆ ਏ। ਮੈਂ ਸੋਚਦੀ ਹਾਂ ਕੀ ਕਹਿਣਾ ਏ, ਇਹ ਟੀਰੂ ਖੁੰਦਕਾਂ ਛੇੜਨੋਂ ਹੀ ਨਹੀਂ ਹਟਦਾ। ਅੱਜ ਸ਼ਿਵਦੱਤ ਨੇ ਸਰਪੰਚ ਨੂੰ ਚਾਹ ਮੌਕੇ ਬੁਲਾ ਲਿਆ ਸੀ। ਰੂਪ ਇਸ ਸਰਪੰਚ ਬਾਰੇ ਗੱਲੀ-ਗੱਲੀ ਬਹੁਤ ਕੁਝ ਸੁਣ ਚੁੱਕੀ ਸੀ, ਪਰ ਉਸ ਨੂੰ ਮਿਲਣ ਦਾ ਮੌਕਾ ਨਹੀਂ ਸੀ ਜੁੜਿਆ। ਕਰਤਾਰ ਸਿੰਘ ਸਰਪੰਚ ਅਗਾਂਹ-ਵਧੂ ਖਿਆਲਾਂ ਦਾ ਮਾਲਕ ਸੀ। ਮਾਂ ਨੇ ਸ਼ਰੀਕਾਂ ਤੋਂ ਡਰਦਿਆਂ ਉਸ ਨੂੰ 10ਵੀਂ 'ਚੋਂ ਹੀ ਪੜ੍ਹਨੋਂ ਹਟਾ ਲਿਆ ਸੀ। ਮਤਾਂ ਜ਼ੀਰੇ ਦੇ ਰਾਹ ਵਿੱਚ ਹੀ ਕੋਈ ਕਾਰਾ ਕਰ ਦੇਣ। ਉਮਰ 30 ਤੋਂ ਵੱਧ ਨਹੀਂ ਸੀ। ਪੰਚਾਇਤ ਦੀ ਇਸ ਚੋਣ ਵਿੱਚ ਉਹ ਅੰਗਰੇਜ਼ ਸਮੇਂ ਦੇ ਤੁਰੇ ਆ ਰਹੇ ਟੋਡੀਆਂ ਦੀ ਹਿੱਕ 'ਚ ਗੋਡਾ ਦੇ ਕੇ ਸਰਪੰਚ ਬਣਿਆ ਸੀ। ਟੋਡੀ ਲਾਣੇ ਨੇ ਮੌਕਾ ਤਾੜ ਕੇ 47 ਵਿੱਚ ਮਾਨਚੈਸਟਰ ਦੀ ਪਪਲੇਨ ਤੇ ਲੱਠਾ ਲਾ ਕੇ ਆਦਮਪੁਰ ਦਾ ਖੱਦਰ ਪਾ ਲਿਆ ਸੀ। ਉਮਰ ਭਰ ਦੇ ਗੁਲਾਮੀ ਦੀਆਂ ਧੱਤਾਂ ਇੱਕ ਰਾਤ ਵਿੱਚ ਕਿੱਥੋਂ ਬਦਲ ਜਾਂਦੀਆਂ। ਹੁਣ ਤੱਕ ਉਹਨਾਂ ਪਿੰਡ 'ਚ ਮਨਮਰਜ਼ੀ ਦੀ ਸਰਦਾਰੀ ਕਰੀ ਸੀ। ਕੱਲ੍ਹ ਦੇ ਛੋਕਰੇ ਉੱਠ ਕੇ ਉਹਨਾਂ ਦਾ ਨੱਕ ਵੱਢ ਸੁੱਟਿਆ ਸੀ। ਚੋਣ ਸਮੇਂ ਕਰਤਾਰ ਸਿੰਘ ਨਾਲ 4 ਵੋਟਾਂ ਤੇ ਟੋਡੀਆਂ ਕੋਲ 2 ਰਹਿ ਗਈਆਂ ਸਨ। ਮਜ਼੍ਹਬੀ ਵੋਟਾਂ ਨੂੰ ਟੋਡੀਆਂ ਲਾਲਚ ਪਿੱਛੋਂ ਡਰਾਵੇ ਵੀ ਦਿੱਤੇ, ਪਰ ਉਹ ਕਰਤਾਰ ਸਿੰਘ ਲੋਹੇ ਦੀ ਲਾਠੀ ਬਣ ਚੁੱਕਾ ਸੀ। ਕਰਤਾਰ ਸਿੰਘ ਇਲਾਕੇ ਵਿੱਚ ਪਰਸਵਾਰਥੀ ਵਜੋਂ ਮਸ਼ਹੂਰ ਹੋ ਚੁੱਕਾ ਸੀ। ਉਸ ਦੇ ਚੋਣ ਵਿੱਚ ਅੱਗੇ ਆ ਜਾਣ ਦਾ ਵੱਡਾ ਕਾਰਨ ਇਹੋ ਸੀ। ਕਰਤਾਰ ਸਿੰਘ ਦੀ ਆਪਣੀ ਵਾਹੀ ਦਾ ਕੰਮ ਰੱਬ ਆਸਰੇ ਹੀ ਚੱਲਦਾ ਸੀ। ਕਦੇ ਵੇਲੇ ਸਿਰ ਹਲ ਫੜ ਕੇ ਕੰਮ ਨੂੰ ਅਗੇਤ ਪਾ ਦਿੱਤੀ, ਨਹੀਂ ਸੀਰੀਆਂ ਆਸਰੇ ਪਿੱਛੇ ਪਿਆ ਰਹਿੰਦਾ। ਮਾਂ ਕਹਿ ਥੱਕ ਲੱਥੀ ਸੀ ਤੇ ਪਿਓ ਕਰਤਾਰ ਸਿੰਘ ਦਾ ਛੋਟੇ ਹੁੰਦੇ ਦਾ ਹੀ ਚਲਾਣਾ ਕਰ ਗਿਆ ਸੀ। ਮਾਂ ਨੇ ਇਕੱਲਾ ਪੁੱਤ ਹੋਣ ਕਾਰਨ ਸ਼ਰੀਕਾਂ ਤੋਂ ਲੁਕਾ-ਲੁਕਾ ਉਸ ਨੂੰ ਪਾਲਿਆ ਸੀ, ਕਿਉਂਕਿ ਇੱਕ ਹਲ ਤੋਂ ਵੀ ਫਾਲਤੂ ਜ਼ਮੀਨ ਦਾ ਉਹ ਇਕੱਲਾ ਮਾਲਕ ਸੀ। ਅੱਜ ਕਰਤਾਰ ਸਿੰਘ ਤੇ ਉਸ ਦੇ ਸਾਥੀ ਪਿੰਡ ਦੇ ਹਰ ਤਰ੍ਹਾਂ ਦੇ ਝਗੜਿਆਂ ਤੇ ਛਾ ਗਏ ਸਨ। ਉਸ ਦੇ ਵਿਰੋਧੀ ਅੰਦਰੋਂ ਅੰਦਰ ਗਿੱਲੇ ਗੋਹਿਆਂ ਵਾਂਗ ਧੁਖ ਰਹੇ ਸਨ। ਮਾਸਟਰ ਜੀ, ਬੀਬੀ ਜੀ ਨੂੰ ਨਹੀਂ ਬੁਲਾਇਆ? ਸਰਪੰਚ ਨੂੰ ਇਕੱਲਿਆਂ ਚਾਹ ਪੀਣਾ ਚੁੱਭ ਰਿਹਾ ਸੀ। ਜੀ ਤੁਸੀਂ ਕਹੋ ਉਹਨਾਂ ਨੂੰ। ਮਾਸਟਰ ਨੇ ਚੁਸਤੀ ਵਰਤ ਲਈ। ਕੀ ਗੱਲ, ਤੁਹਾਡੀ ਕੋਈ ਅਣਬਣ ਹੈ? ਸਰਪੰਚ ਨੇ ਸਧਾਰਨ ਪੁੱਛਿਆ। ਨਹੀਂ ਜੀ, ਅਜਿਹੀ ਗੱਲ ਦਾ ਸਵਾਲ ਹੀ ਨਹੀਂ ਉੱਠਦਾ। ਮਾਸਟਰ ਥੋੜਾ ਥਿੜਕ ਗਿਆ ਸੀ। ਸਰਪੰਚ ਆਪ ਉੱਠ ਕੇ ਦੂਜੇ ਕਮਰੇ ਗਿਆ। ਦੋਹਾਂ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਆਖੀ। ਬੀਬੀ, ਮੈਂ ਤੇਰੇ ਕੰਮ ਦੀਆਂ ਸਿਫਤਾਂ ਬੜੀਆਂ ਸੁਣੀਆਂ ਨੇ, ਪਰ ਤੁਹਾਡਾ ਹੌਸਲਾ ਵਧਾਉਣ ਦਾ ਕੋਈ ਮੌਕਾ ਨਹੀਂ ਸੀ ਜੁੜਿਆ। ਸਰਪੰਚ ਨੇ ਕੁਝ ਦਿਲੋਂ ਪ੍ਰਸ਼ੰਸਾ ਕੀਤੀ ਤੇ ਕੁਝ ਰਵਾਜ਼ਨ ਫੂਕ ਦੇ ਮਾਰੀ। ਜੀ ਤੁਹਾਡੀ ਕਿਰਪਾ ਏ, ਪਰ ਮੈਂ ਆਪਣੀ ਡਿਊਟੀ ਤੋਂ ਵੱਧ ਕਰ ਹੀ ਕੀ ਸਕਦੀ ਹਾਂ। ਰੂਪ ਨੇ ਨਿਮਰਤਾ ਵਿਖਾਈ। ਇਹ ਸਿਆਣੇ ਬੰਦੇ ਦੇ ਲੱਛਣ ਹਨ। ਉਹ ਆਪਣੇ ਚੰਗੇ ਕੰਮਾਂ ਨੂੰ ਲੋਕਾਂ ਤੋਂ ਲੁਕਾਉਂਦੇ ਹਨ। ਕਰਤਾਰ ਸਿੰਘ ਨੇ ਮਾਮੂਲੀ ਪ੍ਰਭਾਵ ਕਬੂਲਦਿਆਂ ਆਖਿਆ, ਆਓ ਬੀਬੀ ਜੀ, ਹੁਣ ਚਾਹ ਪੀਏ। ਨਹੀਂ ਭਰਾ ਜੀ, ਮੈਨੂੰ ਤਾਂ ਮਾਫ ਹੀ ਕਰੋ। ਰੂਪ ਨੇ ਮਿੰਨਤ ਨਾਲ ਹੀ ਜਵਾਬ ਦੇਣਾ ਚੰਗਾ ਸਮਝਿਆ। ਕੁੜੀਏ, ਸਰਪੰਚ ਰੂਪ ਨੂੰ ਨੀਝ ਲਾ ਕੇ ਵੇਖਦਿਆਂ ਬੋਲਿਆ, ਤੂੰ ਮੈਨੂੰ ਭਰਾ ਤਾਂ ਆਖਿਆ ਏ, ਪਰ ਆਪ ਭੈਣ ਬਣਨ ਜੋਗੀ ਵੀ ਏ। ਉਹ ਸਮੇਰ ਨੂੰ ਕੁੱਛੜ ਚਾ ਲਿਆ। ਰੂਪ ਇੱਕਦਮ ਘਬਰਾ ਗਈ। ਇੱਕ ਸਧਾਰਨ ਗੱਲ ਸੰਜੀਦਾ ਬਣ ਗਈ ਸੀ। ਉਸ ਨੂੰ ਤੁਰੀ ਆ ਰਹੀ ਜ਼ਿੰਦਗੀ ਵਿੱਚ ਇਹ ਓਪਰਾ ਬੋਲ ਜਾਪਿਆ ਜਿਵੇਂ ਕੋਈ ਆਉਣ ਵਾਲੇ ਸਮਾਜ ਚੋਂ ਬੋਲਿਆ ਹੋਵੇ। ਦੋਹਾਂ ਜਮਾਤਾਂ 'ਚ ਚੁੱਪ ਛਾਈ ਹੋਈ ਸੀ। ਪਲਕੂ ਅੱਖਾਂ ਖੋਲ ਕੇ ਸਰਪੰਚ ਨੂੰ ਪੜ੍ਹਨ ਦਾ ਯਤਨ ਕੀਤਾ। ਉਹ ਆਪਣੀ ਤਰ੍ਹਾਂ ਦੇ ਠੋਸ ਰੂਪ ਵਿੱਚ ਹੀ ਤਣਿਆ ਖਲੋਤਾ ਸੀ। ਮੈਨੂੰ ਸਾਰੀ ਜ਼ਿੰਦਗੀ ਇਸ ਤਰ੍ਹਾਂ ਦਾ ਪਰਛਾਵਾਂ ਵੀ ਨਹੀਂ ਮਿਲਿਆ ਜਿਹੜਾ ਭਰਾ ਹੋ ਸਕੇ। ਰੂਪ ਦੇ ਉੱਤਰ ਵਿੱਚ ਚੋਟ ਸੀ, ਸਮਾਜੀ ਗਿਲਾ ਸੀ ਅਤੇ ਮਰਦ ਜ਼ਾਤੀ ਤੇ ਭਰਪੂਰ ਵਾਰ, ਪਰ ਅੰਤਰੀਵ ਉਸ ਦੀ ਭਰਾ ਪਿਆਰ ਭੁੱਖ ਸੂਖਮ ਹੋ ਗਈ ਸੀ। ਬੀਬੀ, ਜੇ ਤੇਰੇ ਮਨ 'ਚ ਇਸ ਤਰ੍ਹਾਂ ਦੇ ਖਿਆਲ ਸਨ, ਤੈਨੂੰ ਹਕੀਮ ਨੇ ਦੱਸਿਆ ਕਿ ਤੂੰ ਮੈਨੂੰ ਭਰਾ ਆਖੇ? ਕਰਤਾਰ ਸਿੰਘ ਆਪਣੀ ਥਾਂ ਸੱਚਾ ਸੀ, ਪਰ ਇਹ ਗੱਲ ਗਲਤ ਹੈ ਕਿ ਦੁਨੀਆ 'ਚ ਭੈਣ ਭਰਾ ਨਹੀਂ ਹੁੰਦੇ। ਹੁੰਦੇ ਆ, ਤੇ ਉਹ ਆਪਣੇ ਆਪਣੇ ਪਿਆਰ ਦਾ ਕਰਜ਼ਾ ਵੀ ਲਾਉਂਦੇ ਆ। ਇਹ ਟੌਪਿਕ ਹੀ ਛੱਡੋ, ਜਦ ਅਸੀਂ ਇਸ ਗੱਲ ਦੇ ਰਾਹ ਹੀ ਨਹੀਂ ਪੈਣਾ। ਰੂਪ ਦੇ ਮਨ ਤੇ ਸਰਪੰਚ ਦੀਆਂ ਦੋਵੇਂ ਗੱਲਾਂ ਉਕਰੀਆਂ ਗਈਆਂ। ਉਸ ਰੂਪ ਨੂੰ ਜਵਾਨ ਹੁੰਦਿਆਂ ਹਾਬੜੀ ਭੁੱਖ ਨਾਲ ਨਹੀਂ ਸੀ ਵੇਖਿਆ। ਉਸ ਦੀ ਤੱਕਣੀ 'ਚ ਨਰੋਲ ਕੁਦਰਤੀਪਣ ਸੀ। ਆਓ ਚਾਹ ਪੀਏ। ਸਰਪੰਚ ਨੇ ਉਸ ਦੀ ਪਹਿਲੇ ਨਾਂ ਨੂੰ ਰਵਾਜੀ ਸਮਝਿਆ ਤੇ ਸਮੇਰ ਨੂੰ ਪੁੱਛਣ ਲੱਗਾ, ਕਿਉਂ ਸਰਦਾਰ ਜੀ, ਕੀ ਹਾਲ ਹੈ? ਚੰਗਾ ਏ। ਸਮੇਰ ਸਰਪੰਚ ਦੇ ਗਲ ਥਾਪੜਨ ਤੇ ਹੱਸ ਪਿਆ। ਬੱਲੀ ਜੀ ਆਖੀਦਾ ਏ। ਰੂਪ ਨੇ ਥੋੜਾ ਗੁੱਸੇ ਨਾਲ ਘੂਰਿਆ। ਰੂਪ ਬਿਨਾਂ ਜਵਾਬ ਦਿੱਤੇ ਉੱਠ ਕੇ ਤੁਰ ਪਈ। ਨਾਲ ਆਉਂਦੀ ਰੂਪ ਨੂੰ ਵੇਖ ਕੇ ਸ਼ਿਵਦੱਤ ਮਿੰਨਾ ਜਿਹਾ ਮੁਸਕਾ ਪਿਆ। ਉਸ ਦੀ ਮੁਸਕਾਨ 'ਚੋਂ ਪੁਰਾਣੀ ਦੁਰਗੰਧ ਉੱਡ ਰਹੀ ਸੀ। ਰੂਪ ਨੇ ਮਾਸਟਰ ਦਾ ਖਿਆਲ ਭੁਲਾ ਦਿੱਤਾ ਸੀ, ਸਗੋਂ ਉਹ ਕਰਤਾਰ ਦੇ ਉੱਤਰ ਨਾਲ ਝੰਜੋੜੀ ਵਿਚਾਰਾਂ ਦੇ ਰਾਹ ਤੁਰੀ ਆਈ ਸੀ। ਮਾਸਟਰ ਨੇ ਚਾਹ ਵਰਤਾ ਕੇ ਥੋੜਾ ਖੰਗੂਰਿਆ। ਉਹ ਗੱਲ ਆਖਣ ਲਈ ਹਾਲਾਤ ਨੂੰ ਲਿਫਾਈ ਆਉਂਦਾ ਸੀ। ਸਰਪੰਚ ਸਾਹਿਬ, ਬੇਨਤੀ ਹੈ,
ਘੱਟ ਤੋਂ ਘੱਟ ਪਿੰਡ ਵਾਲੇ ਪਾਸੇ ਸਕੂਲ ਦੀ ਕੰਧ ਜ਼ਰੂਰ ਕਰਵਾ ਦਿਓ। ਕਿਉਂ? ਸਰਪੰਚ ਨੂੰ ਖਿਆਲ ਤੱਕ ਨਹੀਂ ਸੀ ਕਿ ਮਾਸਟਰ ਇਹੋ ਜੀ ਗੱਲ ਤੋਰੇਗਾ। ਅੱਗੇ ਸਰਪੰਚ ਸਾਹਿਬ ਹੋਰ ਗੱਲ ਸੀ, ਹੁਣ ਬੀਬੀ ਜੀ ਆ ਗਏ ਹਨ, ਪਰਦਾ ਜ਼ਰੂਰ ਚਾਹੀਦਾ ਹੈ। ਮਾਸਟਰ ਗੱਲ ਕਹਿੰਦਾ ਰੂਪ ਨੂੰ ਵੀ ਵੇਖ ਰਿਹਾ ਸੀ। ਸਰਪੰਚ ਨੇ ਗਲਾਸ ਮੇਜ਼ ਤੇ ਰੱਖ ਦਿੱਤਾ। ਮਾਸਟਰ ਜੀ, ਤੁਹਾਡੀ ਗੱਲ ਮੈਨੂੰ ਜਚੀ ਨਹੀਂ। ਤੁਸੀਂ ਆਖਦੇ ਧੂੜ ਆਉਂਦੀ ਏ, ਅਵਾਰਾ ਪਸ਼ੂ ਫੁੱਲ ਤੇ ਸਬਜ਼ੀ ਨੂੰ ਪੈਂਦੇ ਐ, ਮੈਂ ਮੰਨ ਵੀ ਲੈਂਦਾ। ਮਾਸਟਰ ਸਰਪੰਚ ਦੀ ਗੱਲ ਉੱਤੇ ਮੁਸਕਰਾ ਪਿਆ। ਪਿੰਡ ਵਿੱਚ ਸਭ ਤੋਂ ਚੰਗਾ ਦ੍ਰਿਸ਼ ਇਹ ਹੈ ਕਿ ਇੱਕ ਕੁੜੀ ਬੱਚਿਆਂ ਨੂੰ ਪੜ੍ਹਾ ਰਹੀ ਹੈ, ਮਨੁੱਖ ਦੀ ਜਹਾਲਤ ਨੂੰ ਮਾਰ ਰਹੀ ਹੈ। ਕੁੜੀ ਨੂੰ ਪੜ੍ਹਾਉਂਦਿਆਂ ਵੇਖ ਪਿੰਡ ਦੀਆਂ ਜਨਾਨੀਆਂ ਦਾ ਹੌਸਲਾ ਵਧੇ ਕਿ ਸਾਡੀਆਂ ਬੱਚੀਆਂ ਮਾਸਟਰਨੀਆਂ ਤੇ ਡਾਕਟਰਨੀਆਂ ਬਣ ਸਕਦੀਆਂ ਹਨ। ਵੈਸੇ ਮਾਸਟਰ ਜੀ, ਮੈਨੂੰ ਤੁਹਾਡੀ ਕਮਜ਼ੋਰ ਹਮਦਰਦੀ ਨਾਲ ਹਮਦਰਦੀ ਹੈ। ਕਰਤਾਰ ਸਿੰਘ ਇੰਨੀ ਕਹਿ ਕੇ ਹੱਸ ਪਿਆ। ਮਾਸਟਰ ਥੋੜਾ ਛਿੱਥਾ ਪੈ ਕੇ ਬੋਲਿਆ, ਗੱਲ ਇਹ ਨਹੀਂ, ਪਿੰਡ ਦੇ ਮੁੰਡੇ ਲਾਗੋਂ ਚੰਗੀਆਂ ਨਜ਼ਰਾਂ ਨਾਲ ਨਹੀਂ ਲੰਘਦੇ। ਰੂਪ ਤਮਕ ਕੇ ਰਹਿ ਗਈ। ਉਹ ਸਮਝਿਆ ਮਾਸਟਰ ਨੇ ਕੇਵਲ ਮੇਰੇ ਦਿਮਾਗ ਉੱਤੇ ਸੱਟ ਮਾਰਨ ਲਈ ਹੀ ਇਹ ਗੱਲ ਆਖੀ ਹੈ। ਮਾਸਟਰ ਜੀ, ਪਿੰਡ ਦਾ ਕੋਈ ਮੁੰਡਾ ਬੁਰੀ ਭਾਵਨਾ ਨਾਲ ਸਕੂਲ ਲਾਗੋਂ ਵੀ ਲੰਘੇ, ਮੈਂ ਅੱਖਾਂ ਕਢਵਾ ਦਿਆਂਗਾ। ਸਰਪੰਚ ਨੇ ਇੱਕ ਇੱਕ ਸ਼ਬਦ ਨੂੰ ਗੁੱਸੇ 'ਚ ਚਿੱਥ ਕੇ ਕਿਹਾ। ਸਰਪੰਚ ਦੀਆਂ ਖਰੀਆਂ ਨਾਲ ਰੂਪ ਦਾ ਗੁੱਸਾ ਆਪਣੇ ਆਪ ਨਿਸਲ ਪੈ ਗਿਆ। ਉਸ ਨੂੰ ਬੋਲਣਾ ਵੀ ਨਹੀਂ ਸੀ ਪਿਆ। ਉਹ ਠੰਡੀ ਚਾਹ ਸਮੇਰ ਨੂੰ ਪਿਆ ਰਹੀ ਸੀ। ਉਸ ਨੂੰ ਇੱਕ ਪਲ ਸਰਪੰਚ ਵਿੱਚ ਸਚਦੇਵ ਦੀ ਰੂਹ ਬੋਲਦੀ ਪ੍ਰਤੀਤ ਹੋਈ। ਹੋ ਨਾ ਹੋ, ਇਸ ਬੰਦੇ 'ਚ ਲੋਕਾਂ ਦੇ ਕੰਮ ਆਉਣ ਦਾ ਜਜ਼ਬਾ ਹੈ। ਜਿਹੜਾ ਅਸਲ ਬੰਦਾ ਹੈ, ਉਸ ਦੀਆਂ ਗੱਲਾਂ ਦਾ ਤਾਂ ਇੱਕ ਬੋਲ ਨਹੀਂ ਰਲਦਾ। ਉਸ ਚਾਹ ਦੇ ਖਾਤਮੇ ਤੱਕ ਕੋਈ ਗੱਲ ਨਹੀਂ ਕੀਤੀ। ਹੁਣ ਉਸ ਸਰਪੰਚ ਨਾਲ ਗੱਲ ਕਰਨ ਲਈ ਮਨ ਨੂੰ ਤਿਆਰ ਕਰ ਲਿਆ, ਪਰ ਉਹ ਮਾਸਟਰ ਸਾਹਮਣੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਸੀ। ਉਹ ਉੱਠ ਕੇ ਬਾਹਰ ਆ ਗਈ। ਜਦ ਸਰਪੰਚ ਬਾਹਰ ਆਇਆ, ਉਸ ਹੱਥ ਦੇ ਇਸ਼ਾਰੇ ਨਾਲ ਅਟਕਾ ਲਿਆ। ਸਰਪੰਚ ਖਲੋ ਗਿਆ ਸੀ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ। ਰੂਪ ਸ਼ਬਦਾਂ ਨੂੰ ਬੋਚ ਆ ਗਈ। ਬਾਹਰ ਸਰਪੰਚ ਉਸ ਕੋਲ ਬਹੁਤ ਸਮਾਂ ਖਲੋਣਾ ਨਹੀਂ ਸੀ ਚਾਹੁੰਦਾ। ਉਸ ਰੂਪ ਦੀ ਗੱਲ ਵਿੱਚ ਖਾਸ ਦਿਲਚਸਪੀ ਨਾ ਲੈਂਦਿਆਂ ਨਿਰ-ਉਤਸ਼ਾਹਿਤ ਜਿਹਾ ਜਵਾਬ ਦਿੱਤਾ, ਮੈਂ ਕਿਤੇ ਜਾਣਾ, ਤੁਸੀਂ 1 ਮਿੰਟ 'ਚ ਹੀ ਕਹਿ ਦਿਓ। 1 ਮਿੰਟ 'ਚ? ਰੂਪ ਨੇ ਖੱਬੇ ਹੱਥ ਦੀਆਂ ਉਂਗਲਾਂ ਨਾਲ ਅੱਖਾਂ ਨੂੰ ਦਬਾ ਲਿਆ। ਭਰਾ ਜੀ, ਜਿਹੜੀ ਗੱਲ ਸਾਲਾਂ ਨੇ ਪੈਦਾ ਕੀਤੀ ਹੋਵੇ, ਭਲਾ 1 ਮਿੰਟ 'ਚ ਵੀ ਦੱਸੀ ਜਾ ਸਕਦੀ ਹੈ? ਕੁੜੀ ਦੀ ਗੱਲ ਕਰਤਾਰ ਨੂੰ ਕੱਟ ਗਈ। ਇੱਕ ਸਰਸਰੀ ਗੱਲ ਨੇ ਉਸ ਨੂੰ ਆਪਣੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਦਿੱਤਾ। ਜੇ ਸਮਾਂ ਲੱਗੇਗਾ ਤਦ ਫਿਰ ਸਹੀ, ਜਦ ਤੁਸੀਂ ਚਾਹੋ। ਸਰਪੰਚ ਨਾ ਆਖਣ ਦੀ ਪੋਜੀਸ਼ਨ ਵਿੱਚ ਨਹੀਂ ਸੀ ਰਿਹਾ। ਤੁਸੀਂ ਪਰਸੋਂ ਐਤਵਾਰ ਨੂੰ ਮੰਡੀ ਆਓ। ਜੇ ਮਾਮੂਲੀ ਗੱਲ ਹੁੰਦੀ, ਮੈਂ ਖੜਿਆਂ ਖਲੋਤਿਆਂ ਹੀ ਕਹਿ ਦਿੰਦੀ। ਐਨਾ ਕਹਿ ਕੇ ਰੂਪ ਹੋਰ ਵੀ ਸੰਜੀਦਾ ਹੋ ਗਈ। ਬਹੁਤ ਅੱਛਾ, ਮੈਂ ਜ਼ਰੂਰ ਆ ਜਾਵਾਂਗਾ। ਕਰਤਾਰ ਸਿੰਘ ਉੱਤੇ ਕੁੜੀ ਦੀ ਗੰਭੀਰਤਾ ਅਸਰ ਕਰੇ ਬਿਨਾਂ ਨਾ ਰਹਿ ਸਕੀ। ਉਹ ਹੱਥ ਜੋੜ ਕੇ ਤੁਰਨ ਲੱਗਾ। ਟਾਟਾ। ਸਮੇਰ ਨੇ ਸਰਪੰਚ ਵੱਲ ਹੱਥ ਹਿਲਾਇਆ। ਅੱਛਾ ਸਰਦਾਰ ਜੀ। ਉਹ ਕਿੰਨੀ ਦੂਰ ਤੱਕ ਖੁਸ਼ ਹੋਇਆ ਹੱਸਦਾ ਰਿਹਾ। ਅਧਿਆਪਕਾਂ ਤੇ ਸਰਪੰਚ ਇੱਕ ਦੂਜੇ ਨੂੰ ਸਮਝਣ ਲਈ ਆਪਣੀ ਆਪਣੀ ਥਾਂ ਸੋਚਣ ਲਈ ਮਜਬੂਰ ਸਨ। ਰੂਪ ਖਿਆਲ ਕਰ ਰਹੀ ਸੀ, ਬੰਦਾ ਮਧਰਾ ਜਿਹਾ ਹੈ ਤੇ ਬੋਲਣ ਵਿੱਚ ਜਵਾ ਕਈ ਗੁਣਾ ਪ੍ਰਭਾਵ ਦਿੰਦਾ ਹੈ। ਸ਼ੋਖੀ ਕੋਈ ਨਹੀਂ। ਸਧਾਰਨ ਕੱਪੜਿਆਂ ਵਿੱਚ ਸਾਊ ਮੁਖਤਾ ਦੇਖਣ ਵਾਲੇ ਨੂੰ ਵੀ ਖਿੱਚ ਪਾਉਂਦੀ ਹੈ। ਤੋਰ ਵਿੱਚ ਕਾਲਾਪਣ ਹੈ, ਜਿਵੇਂ ਕੋਈ ਪੜਾਅ ਨਹੀਂ, ਕੋਈ ਮੰਜ਼ਿਲ ਨਹੀਂ। ਹਰ ਪਿੰਡ ਵਿੱਚ ਜੇ ਇਸ ਤਰ੍ਹਾਂ ਦੇ ਬੰਦੇ ਪੈਦਾ ਹੋ ਜਾਣ, ਮਾਸਟਰ ਸਚਦੇਵ ਦੇ ਸਮਾਜਵਾਦ ਦਾ ਸੁਪਨਾ ਕਿੰਨੀ ਛੇਤੀ ਪੂਰਾ ਹੋ ਜਾਵੇ। ਉਹ ਹੋਰ ਸੋਚਦੀ ਹੀ ਗਈ। ਐਤਵਾਰ ਦੀ ਦੁਪਹਿਰ ਕਰਤਾਰ ਸਿੰਘ ਰੂਪ ਦੇ ਚੁਬਾਰੇ ਸੀ। ਰੂਪ ਨੇ ਦੂਜੇ ਕਮਰੇ ਵਿੱਚ ਚਾਹ ਧਰ ਦਿੱਤੀ। ਸਰਪੰਚ ਬੱਚਿਆਂ ਨੂੰ ਕੇਸੀ ਨਹਾਤੇ ਅਤੇ ਚੁਸਤ ਕੱਪੜਿਆਂ ਵਿੱਚ ਵੇਖਦਾ ਬੇਹੱਦ ਪ੍ਰਸੰਨ ਸੀ। ਜਿੰਨਾ ਚਿਰ ਸਾਡੇ ਦੇਸ਼ ਦੇ ਸਾਰੇ ਬੱਚੇ ਇਸ ਤਰ੍ਹਾਂ ਦੀ ਸਿਹਤ ਵਿੱਚ ਨਹੀਂ ਆ ਜਾਂਦੇ, ਸਾਡੀ ਆਜ਼ਾਦੀ ਦਾ ਕੋਈ ਮਤਲਬ ਨਹੀਂ। ਸਰਪੰਚ ਨੇ ਮੰਜੇ ਤੇ ਬੈਠਿਆਂ ਹੀ ਸੁਮੇਰ ਨੂੰ ਬੁੱਕਲ 'ਚ ਲੈ ਲਿਆ। ਕਿਉਂ ਆੜੀ? ਟਾਟਾ। ਕਰਤਾਰ ਨੇ ਸੁਮੇਰ ਦੀ ਸਾਂਗ ਲਾਈ। ਚਾਹ ਬਣਾਉਂਦੀ ਰੂਪ ਕੋਲ ਸੀਤਾ ਦੇਵੀ ਆ ਗਈ। ਉਹ ਸਹਿਜ ਨਾਲ ਪੁੱਛਿਆ, ਧੀਏ, ਪ੍ਰਾਹੁਣਾ ਕਿੱਥੋਂ ਹੈ? ਮਾਈ ਜੀ, ਇਹ ਮੇਰਾ ਭਰਾ ਹੀ ਏ। ਰੂਪ ਨੇ ਮਾਮੂਲੀ ਹੱਸ ਕੇ ਹੌਲੇ ਜਿਹੇ ਜਵਾਬ ਦਿੱਤਾ। ਮਾਈ, ਚਾਹ ਪੀ ਕੇ ਜਾਵੀਂ। ਨਾ ਧੀਏ, ਦੁਪਹਿਰੇ ਦਮ ਤਾਂ ਅੱਗੇ ਨਹੀਂ ਟਿਕਾਣੇ। ਸੀਤਾ ਦੇਵੀ ਪਿਛਲੇ ਪੈਰੀਂ ਵਾਪਸ ਮੁੜ ਗਈ। ਜਦ ਚਾਹ ਤਿਆਰ ਹੋ ਗਈ, ਰੂਪ ਨੇ ਬੱਚਿਆਂ ਨੂੰ ਪਿਆਲੀ ਪਿਆਲੀ ਦੇ ਦਿੱਤੀ। ਕਰਤਾਰ ਨੂੰ ਚਾਹ ਪੀਣ ਦਾ ਬੜਾ ਸਵਾਦ ਆਇਆ। ਉਹ ਸੋਚਦਾ ਰਿਹਾ ਸੀ, ਉਹ ਕਿਹੜੀ ਗੱਲ ਹੋਵੇਗੀ ਜਿਸ ਲਈ ਕੁੜੀ ਨੇ ਮੈਨੂੰ ਮੰਡੀ ਸੱਦਿਆ ਏ। ਭਾਂਡੇ ਧੋ ਸਵਾਰ ਕੇ ਰੂਪ ਨੇ ਆਪਣੇ ਟਿਕਾਣੇ ਰੱਖ ਦਿੱਤੇ। ਉਸ ਚਟਾਈ ਭੁੰਜੇ ਵਿਛਾ ਕੇ ਕੰਧ ਨਾਲ ਢੋ ਲਾ ਲਈ। ਇੱਕ ਪਾਸੇ ਸਰਾਣਾ ਲਾ ਕੇ ਉਸ ਦੋਹਾਂ ਬੱਚਿਆਂ ਨੂੰ ਥਾਪੜ ਦਿੱਤਾ। ਸਰਪੰਚ ਮੰਜੇ ਉੱਤੇ ਬਿਸਤਰੇ ਦਾ ਢੋ ਲਾਈ ਬੈਠਾ ਸੀ। ਰੂਪ ਨੇ ਧੋਤੇ ਵਾਲਾਂ ਦਾ ਖੁਸ਼ਕ ਹੋ ਜਾਣ ਤੇ ਪੋਲਿਆਂ ਜਿਹਾ ਜੂੜਾ ਕਰ ਲਿਆ ਤੇ ਸਫੈਦ ਚੁੰਨੀ ਨਾਲ ਸਿਰ ਢੱਕ ਲਿਆ। ਕਰਤਾਰ ਸਿੰਘ ਨੂੰ ਉਸ ਦੇ ਗੱਲ ਤੋਰਨ ਦੀ ਉਡੀਕ ਸੀ। ਰੂਪ ਚਾਹ ਬਣਾਉਣ, ਪੀਣ ਅਤੇ ਭਾਂਡੇ ਸਮੇਟਣ ਤੱਕ ਕਰਤਾਰ ਸਿੰਘ ਦੇ ਦਿਲ ਵਿੱਚ ਉੱਠਦੀਆਂ ਲਹਿਰਾਂ ਨੂੰ ਪੜ੍ਹਨ ਦਾ ਯਤਨ ਵੀ ਕਰਦੀ ਰਹੀ ਸੀ। ਉਸ ਨੂੰ ਕਿਸੇ ਪਾਸਿਓਂ ਵੀ ਥਿੜਕਦੀ ਸੋਹ ਨਹੀਂ ਸੀ ਮਿਲੀ। ਬਾਈ ਜੀ, ਜੇ ਗੱਲ ਮਾਮੂਲੀ ਹੁੰਦੀ, ਮੈਂ ਤੁਹਾਨੂੰ ਇੱਥੇ ਆਉਣ ਦੀ ਖੇਚਲ ਕਦੇ ਨਾ ਦਿੰਦੀ। ਰੂਪ ਨੇ ਲੰਮਾ ਸਾਹ ਭਰਦਿਆਂ ਕਹਿਣਾ ਆਰੰਭਿਆ, ਪਰ
ਇਹ ਗੱਲ ਕਰਨ ਤੋਂ ਪਹਿਲਾਂ ਮੈਂ ਹੋਰ ਗੱਲ ਤੈਅ ਕਰਨਾ ਚਾਹੁੰਦੀ ਹਾਂ। ਕਿ ਸਰਪੰਚ ਨੇ ਗੰਭੀਰ ਹੁੰਦਿਆਂ ਪੁੱਛਿਆ। ਪਰਸੋਂ ਤੁਸੀਂ ਮੇਰੀ ਗੱਲ ਦੇ ਮੋੜ ਵਿੱਚ ਕਿਹਾ ਸੀ ਦੁਨੀਆ 'ਚ ਭੈਣ ਭਰਾ ਹੁੰਦੇ ਆ ਤੇ ਇੱਕ ਦੂਜੇ ਦੇ ਪਿਆਰ ਦਾ ਕਰਜ਼ਾ ਵੀ ਲਾਉਂਦੇ ਆ। ਸੋ ਮੈਂ ਦਿਲ ਨਾਲ ਫੈਸਲਾ ਕਰ ਲਿਆ ਕਿ ਮੈਂ ਤੁਹਾਡੀ ਭੈਣ ਬਣਾਂਗੀ। ਇਸ ਲਈ ਅੱਜ ਮੈਂ ਤੁਹਾਨੂੰ ਬਾਈ ਜੀ ਕਹਿ ਕੇ ਸੰਬੋਧਨ ਕਰ ਰਹੀ ਹਾਂ। ਗੱਲ ਉਸ ਦੀ ਸੋਚ ਦੇ ਉਲਟ ਸ਼ੁਰੂ ਹੋ ਗਈ ਸੀ। ਉਹ ਆਪਣੇ ਕਹੇ ਵਿਚਾਰਾਂ ਤੋਂ ਭੱਜ ਵੀ ਨਹੀਂ ਸੀ ਸਕਦਾ। ਜੇ ਕੁੜੀਏ ਤੇਰੀ ਇਹੀ ਮਰਜ਼ੀ ਹੈ, ਮੈਂ ਭਰਾ ਬਣ ਜਾਂਦਾ ਹਾਂ, ਪਰ ਤੂੰ ਇੱਕ ਵਾਰੀ ਫਿਰ ਸੋਚ ਲੈ। ਇਹ ਵੱਡ ਹੋਣਾ ਸਮਾਜ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਸ਼ੱਕੀ ਨਜ਼ਰਾਂ ਨਾਲ ਵੇਖਣੋਂ ਨਹੀਂ ਹਟਦਾ। ਇਹ ਵੀ ਖਿਆਲ ਰਹੇ ਸਾਡੀ ਉਮਰ ਦਾ ਖਾਸ ਫਰਕ ਵੀ ਨਹੀਂ ਤੇ ਪਿੰਡ ਵੀ ਵੱਖੋ ਵੱਖਰੇ ਹਨ। ਮੈਂ ਪਰਸੋਂ ਤੋਂ ਹੀ ਸੋਚ ਰਹੀ ਹਾਂ, ਜੇ ਸਾਡੇ ਮਨ ਸਾਫ਼ ਹਨ ਦੁਨੀਆ ਦੀ ਸ਼ੱਕੀ ਨਜ਼ਰ ਕੁਝ ਨਹੀਂ ਵਿਗਾੜ ਸਕਦੀ। ਰੂਪ ਆਪਣਾ ਇਰਾਦਾ ਪੱਕਾ ਬਣਾਈ ਬੈਠੀ ਸੀ। ਜੇ ਤੂੰ ਇੱਥੋਂ ਤੱਕ ਤੁਲ ਸਕਦੀ ਏ, ਮੈਨੂੰ ਭਰਾ ਬਣਨ ਵਿੱਚ ਕੋਈ ਇਤਰਾਜ਼ ਨਹੀਂ। ਮੁੰਡੇ ਨਾਲੋਂ ਇਸ ਸਮਾਜ 'ਚ ਇੱਕ ਕੁੜੀ ਦੀ ਪੋਜੀਸ਼ਨ ਵਧੇਰੇ ਕਮਜ਼ੋਰ ਹੁੰਦੀ ਹੈ। ਜਦ ਥਿੜਕਣ ਦਾ ਸਮਾਂ ਆਉਂਦਾ ਹੈ ਕੁੜੀ ਹੀ ਪਹਿਲੋਂ ਜਰਕਦੀ ਹੈ। ਇਸ ਵਿੱਚ ਕਸੂਰ ਕੁੜੀ ਦਾ ਨਹੀਂ, ਉਸ ਦੀ ਸਮਾਜਿਕ ਬਣਤਰ ਦਾ ਹੁੰਦਾ ਹੈ। ਹਾਂ, ਹੁਣ ਤੂੰ ਭੈਣੇ ਅਗਲੀ ਗੱਲ ਬਿਨਾਂ ਸੰਕੋਚ ਕਹਿ। ਰੂਪ ਨੇ ਆਪਣੇ ਆਖਣ ਨੂੰ ਕਈ ਪੱਖਾਂ ਤੋਂ ਨਿਖਾਰਿਆ। ਰੂਪ ਕਰਤਾਰ ਦੀ ਵਿਚਕਾਰੋਂ ਗੱਲ ਸੁਣ ਕੇ ਧੜਕ ਗਈ ਸੀ, ਪਰ ਉਸ ਵਿੱਚ ਮਜ਼ਬੂਤੀ ਆ ਗਈ। ਉਸ ਦੀ ਭਟਕਦੀ ਰੂਹ ਨੂੰ ਸੰਤੋਸ਼ ਮਿਲ ਗਿਆ। ਦੋਹਾਂ ਬੱਚਿਆਂ ਨੂੰ ਊਂਘ ਆ ਗਈ। ਉਹ ਗੱਲ ਤੋਰਨੇ ਲੱਗੀ ਸੀ ਕਿ ਕਿਸੇ ਦੇ ਪੌੜੀਆਂ ਚੜ੍ਹਨ ਦਾ ਖੜਾਕ ਹੋਇਆ। ਉਹ ਸੋਚਿਆ ਕੋਈ ਸੀਤਾ ਦੇਵੀ ਦੇ ਜਾਣਨ ਵਾਲਾ ਹੋਵੇਗਾ, ਪਰ ਆਉਣ ਵਾਲੇ ਨੇ ਆਵਾਜ਼ ਦਿੱਤੀ, ਜਗਰੂਪ। ਕਰਤਾਰ ਨੇ ਆਉਣ ਵਾਲੇ ਨੂੰ ਵਿਹੜੇ 'ਚ ਦੇਖਦਿਆਂ ਹੱਸ ਕੇ ਪੁਕਾਰਿਆ, ਓਏ ਮੁਸਲਮਾਨਾ, ਅਸਲਾਮ ਅਲੈਕਮ। ਰੂਪ ਸਚਦੇਵ ਨੂੰ ਦੇਖਦੀ ਖੁਸ਼ੀ 'ਚ ਉੱਠ ਕੇ ਖਲੋ ਗਈ। ਕਰਤਾਰ ਨਾਲ ਉਹ ਵੀ ਹੱਸ ਪਈ ਸੀ। ਸਲਾਮ ਅਲੈਕਮ। ਸਚਦੇਵ ਨੇ ਕਰਤਾਰ ਨੂੰ ਦੋਸ਼ੀਆਂ ਵਾਂਗ ਸੰਬੋਧਨ ਕਰਦਿਆਂ ਆਖਿਆ, ਪਹਿਲਾਂ ਇਹ ਦੱਸ ਤੂੰ ਇੱਥੇ ਕਿਵੇਂ ਆਏ? ਬਹਿਣਾ ਏ ਕਿ ਭੁੰਜੇ ਉਤਰਨਾ ਏ? ਭਾਈ ਕਰਤਾਰ ਨੇ ਲੱਤ ਉੱਤੇ ਲੱਤ ਧਰਦਿਆਂ ਕਿਹਾ, ਆਕੜਦਾ ਕਿਵੇਂ ਆ? ਮੈਂ ਪੁੱਛਿਆ ਏ ਜਨਾਬ ਇੱਥੇ ਕਿਵੇਂ ਆਏ ਆ? ਸਚਦੇਵ ਦੀਆਂ ਨਾਸਾਂ ਫੁੱਲੀਆਂ ਹੋਈਆਂ ਸਨ। ਦੋਹੀਂ ਧਿਰੀ ਹਾਸਾ ਤੁਲਿਆ ਹੋਇਆ ਸੀ। ਰੂਪ ਦੀ ਹੈਰਾਨੀ ਖੁਸ਼ੀ 'ਚ ਬਦਲ ਚੁੱਕੀ ਸੀ, ਪਰ ਫਿਰ ਵੀ ਉਹ ਸੋਚ ਰਹੀ ਸੀ, ਇਹ ਐਨੇ ਡੂੰਘੇ ਮਿੱਤਰ ਕਦ ਕਦੇ ਬਣੇ ਹੋਏ ਐ? ਮੇਰੀ ਤਾਂ ਭੈਣ ਦਾ ਘਰ ਹੈ, ਤੂੰ ਦੱਸ ਕਿਵੇਂ ਆਇਆ ਏ? ਤੁਸੀਂ ਮਾਸਟਰ ਜੀ ਬਹਿ ਤਾਂ ਜਾਵੋ। ਰੂਪ ਨੇ ਸਚਦੇਵ ਨੂੰ ਬੇਨਤੀ ਕੀਤੀ। ਪਹਿਲਾਂ ਮੈਂ ਜੱਟ ਦਾ ਦਿਮਾਗ ਸਾਫ਼ ਕਰ ਲਵਾਂ, ਫੇਰ ਹੀ ਬੈਠਾਂਗਾ। ਸਚਦੇਵ ਨੇ ਢਾਕਾਂ ਤੇ ਹੱਥ ਰੱਖ ਲਏ। ਜੇ ਤੂੰ ਇਹਦਾ ਭਰਾ ਸੀ, ਮੈਨੂੰ ਕਾਹਦੇ ਲਈ ਸੱਦਿਆ? ਤੇਰੇ ਕੋਲੋਂ ਇੱਕ ਬਦਮਾਸ਼ ਨਾ ਸੂਤ ਆਇਆ? ਕਿਹੜੇ ਬਦਮਾਸ਼ ਦੀ ਗੱਲ ਕਰਦੇ ਹੋ ਗੁਰੂ ਜੀ? ਬਾਈ ਹੈਰਾਨ ਹੋ ਗਿਆ। ਮਾਸਟਰ ਜੀ ਇਹਨਾਂ ਨੂੰ ਪਤਾ ਨਹੀਂ, ਬਸ ਦੱਸਣੀ ਲੱਗੀ ਸੀ। ਰੂਪ ਨੇ ਗੱਲ ਵਿਚਕਾਰੋਂ ਫੜ ਲਈ। ਤੁਸੀਂ ਦੋਸਤ ਕਦੋਂ ਕਦੇ ਬਣੇ ਹੋ? ਉਹ ਬਥੇਰਾ ਚਿਰ ਇਲੈਕਸ਼ਨਾਂ 'ਚ ਇਕੱਠੇ ਧੱਕੇ ਖਾਂਦੇ ਰਹੇ ਆ। ਬਾਈ ਕਰਤਾਰ ਨੇ ਹੱਸਦਿਆਂ ਉੱਤਰ ਦਿੱਤਾ। ਸਚਦੇਵ ਬਾਈ ਕੋਲ ਹੀ ਬਹਿ ਗਿਆ। ਤੂੰ ਕੁੜੀਏ ਹਮੇਸ਼ਾ ਉਦੋਂ ਗੱਲ ਕਰਦੀ ਐ ਜਦੋਂ ਕੋਈ ਭਾਣਾ ਬੀਤਣ ਵਾਲਾ ਹੁੰਦਾ ਏ। ਰੂਪ ਨੇ ਗਰਮ ਹੋਏ ਸਚਦੇਵ ਨੂੰ ਠੰਡੇ ਪਾਣੀ ਦਾ ਗਲਾਸ ਲਿਆ ਫੜਾਇਆ। ਗਲਾਸ ਫੜ ਕੇ ਉਹ ਫਿਰ ਬੋਲਿਆ, ਤੂੰ ਗੱਲ ਕਰੋ ਜੱਟਾ, ਸਾਡੇ ਕੋਲ ਦਮਗਜੇ ਮਾਰਦਾ ਹੁੰਨਾ ਏ। ਬਦਮਾਸ਼ ਕੁੱਟਣਾ ਇੱਕ। ਤੂੰ ਇੱਥੇ ਸੋਧੇਂਗਾ ਜਾਂ ਅਸੀਂ ਮੋਗੇ ਢਾ ਲਈਏ? ਜੇ ਕੁੱਟੇ ਬਿਨਾਂ ਸੂਤ ਆ ਜਾਵੇ? ਸਰਪੰਚ ਨੇ ਪੰਚਾਇਤੀ ਕਾਰਵਾਈ ਨੂੰ ਮੁੱਖ ਰੱਖਿਆ। ਬਦਮਾਸ਼ ਕੀ ਤੇ ਕੁੱਟੇ ਬਿਨਾਂ ਕੀ? ਸੋਟਾ ਪੀਰ ਹੈ ਵਿਗੜੇ ਤਿਗੜਿਆਂ ਦਾ। ਸਚਦੇਵ ਮੁੜਕਾ ਪੂੰਝ ਕੇ ਪਾਣੀ ਪੀਣ ਲੱਗਾ। ਗਿਲਾਸ ਖਾਲੀ ਕਰਕੇ ਰੂਪ ਨੂੰ ਫੜਾਉਣ ਪਿੱਛੋਂ ਉਹ ਮੁੜ ਸ਼ੁਰੂ ਹੋ ਗਿਆ। ਮੈਂ ਤਾਂ ਇੱਥੇ ਕੁੜੀ ਨੂੰ ਮਿਲ ਕੇ ਤੇਰੇ ਕੋਲ ਪਿੰਡ ਆਉਣਾ ਸੀ ਇਸੇ ਕੰਮ ਨੂੰ। ਤੂੰ ਪਹਿਲਾਂ ਹੀ ਹਥਿਆਰ ਸੁੱਟੀ ਬੈਠਾ ਏ। ਤੂੰ ਜੱਟਾਂ ਦੀ ਗੈਰਤ ਨੂੰ ਚੈਲੰਜ ਤਾਂ ਨਹੀਂ ਕਰਦਾ? ਉਹ ਮੈਂ ਤਾਂ ਇਹ ਮੰਨਦਾ ਹੀ ਨਹੀਂ, ਜੱਟਾਂ 'ਚ ਗੈਰਤ ਵੀ ਹੁੰਦੀ ਹੈ। ਐਨੀ ਕਹਿ ਕੇ ਸਚਦੇਵ ਮੀਸਣਾ ਹੋ ਗਿਆ। ਬਾਣੀਆਂ, ਮੈਂ ਰਗਾ ਮਲ ਦੇਊਂਗਾ, ਫਿਰ ਗੈਰਤ ਦਾ ਵੀ ਪਤਾ ਲੱਗ ਜਾਵੇਗਾ। ਬਾਈ ਨੇ ਸਚਦੇਵ ਨੂੰ ਗਲੋਂ ਫੜ ਕੇ ਘੁੱਟ ਸੁੱਟਿਆ। ਨਾ ਨਾ ਬਾਈ, ਵੇਖੀ ਕਿਤੇ। ਹੱਸਦੀ ਰੂਪ ਬਾਈ ਨੂੰ ਹਟਾਉਣ ਲਈ ਹੱਥ ਵੀ ਮਾਰ ਰਹੀ ਸੀ। ਮੈਨੂੰ ਭੈਣ ਨੇ ਦੱਸਿਆ ਹੁੰਦਾ, ਮਾਮਲਾ ਸਾਫ਼ ਹੋ ਜਾਣਾ ਸੀ ਗੁਰੂ ਜੀ। ਕਰਤਾਰ ਆਪਣੀ ਥਾਂ ਸੱਚਾ ਸੀ। ਓਏ ਮੋਗੇ ਦਾ ਇੱਕ ਡਰਾਈਵਰ ਹੈ, ਉਹ ਰੂਪ ਨੂੰ ਉੱਥੇ ਵੀ ਤੰਗ ਕਰਦਾ ਰਿਹਾ ਏ। ਅਸੀਂ ਪਰਾਗਾ ਪਾਉਣ ਲੱਗੇ ਸੀ, ਪ੍ਰਿੰਸੀਪਲ ਨੇ ਸਾਨੂੰ ਹਟਾ ਦਿੱਤਾ। ਪ੍ਰਿੰਸੀਪਲ ਨੇ ਜਦ ਉਸ ਨੂੰ ਪੁਲਿਸ ਦੇ ਦੇਣ ਦਾ ਦਬਕਾ ਮਾਰਿਆ, ਬਸ ਐਨੇ 'ਚ ਹੀ ਜਰਕ ਗਿਆ। ਇੱਥੇ ਪਤਾ ਨਹੀਂ ਇਸ ਨੂੰ ਕੀ ਬੋਲਿਆ ਏ। ਸਚਦੇਵ ਨੇ ਰੂਪ ਨੂੰ ਦੱਸਣ ਲਈ ਪ੍ਰੇਰਿਆ। ਇੱਕ ਵਾਰੀ ਤਾਂ ਉਸ ਬੱਸ ਪਿੱਛੇ ਟਰੱਕ ਲਾਇਆ। ਅਗਲੇ ਦਿਨ ਉਸੇ ਬੱਸ ਵਿੱਚ ਬਹਿ ਕੇ ਰੱਤੇਵਾਲ ਤੱਕ ਨਾਲ ਆ ਗਿਆ। ਕੱਚੇ ਰਾਹ ਅਵਾ ਤਵਾ ਬੋਲਦਾ ਗਿਆ। ਮੈਂ ਬਿਲਕੁਲ ਨਹੀਂ ਬੋਲੀ। ਕੱਲ ਸ਼ਾਮੀ ਹੇਠਾਂ ਹਲਵਾਈ ਦੀ ਦੁਕਾਨ ਵਿੱਚ ਵੀ 2 ਘੰਟੇ ਬੈਠਾ ਰਿਹਾ। ਰੂਪ ਨੇ ਬਿਨਾਂ ਝਿਜਕ ਸਹੀ ਸਹੀ ਕਹਿ ਦਿੱਤਾ, ਓਏ ਤੂੰ ਉਦੋਂ ਸਾਨੂੰ ਖਬਰ ਭੇਜਦੀ। ਬਾਈ ਇੱਕ ਵਾਰ ਹੀ ਭੱਕ ਉੱਠਿਆ। ਬਾਈ ਜੀ, ਬਿਨਾਂ ਨਿੱਗਰ ਸਾਂਝ ਤੋਂ ਇਸ ਤਰ੍ਹਾਂ ਮੈਂ ਕਿਵੇਂ ਦੱਸ ਸਕਦੀ ਸੀ? ਮਾਸਟਰ ਹੋਰਾਂ ਨੂੰ ਮੈਂ ਖੱਤ ਲਿਖ ਦਿੱਤਾ ਸੀ। ਅੱਛਾ ਕੁੜੀਏ, ਹੁਣ ਤੂੰ ਡਰੀ ਜਾਂ ਘਬਰਾਈ ਨਾ। ਜੇ ਸਾਡੇ ਜਿਉਂਦਿਆਂ ਕੁਝ ਹੋ ਗਿਆ, ਸਾਨੂੰ ਜਿਉਂਦੇ ਹੀ ਨਾ ਸਮਝੀ। ਬਾਈ ਕਰਤਾਰ ਨੇ ਰੂਪ ਦੇ ਸਾਰੇ ਡਰ ਲਾਉਂਦਿਆਂ ਕਿਹਾ, ਹੁਣ ਜਦੋਂ ਉਹ ਮਿਲੇ ਤੂੰ ਉਸ ਨੂੰ ਰੱਤੇ ਵਾਲੀ ਸੱਦ ਲਵੀਂ ਤੇ ਮੈਨੂੰ ਖਬਰ ਕਰ ਦੇਵੀਂ। ਸਾਰਿਆਂ ਦੇ ਚਿਹਰੇ ਸੰਜੀਦਾ ਚੁੱਪ ਨੇ ਗੰਭੀਰ ਬਣਾ ਦਿੱਤੇ।
ਥੋੜਾ ਸਮਾਂ ਕੋਈ ਵੀ ਗੱਲ ਨਾ ਕਰ ਸਕਿਆ। ਬੀਬੀ, ਮੈਨੂੰ ਲੱਗੀ ਏ ਭੁੱਖ, ਮੈਂ ਫਿਰੋਜ਼ਪੁਰੋਂ ਆਇਆ। ਸੁਖਦੇਵ ਨੂੰ ਭੁੱਖ ਚਮਕ ਪਈ ਸੀ। ਮੈਂ ਕਿੰਨੀ ਕਮਲੀਆਂ, ਪੁੱਛਿਆ ਹੀ ਨਹੀਂ। ਰੂਪ ਸ਼ਰਮ ਅਨੁਭਵ ਕਰਦੀ ਉੱਠ ਖਲੋਤੀ। ਰੋਟੀ ਮਾਸਟਰ ਜੋਗੀ ਪਈ ਸੀ, ਕਿਉਂਕਿ ਕਰਤਾਰ ਖਾ ਕੇ ਆਇਆ ਸੀ। ਰੂਪ ਨੇ ਉਸ ਲਈ ਪਕਾ ਛੱਡੀ ਸੀ। ਉਹ ਰੋਟੀ ਗਰਮ ਕਰਨ ਲਈ ਦੂਜੇ ਕਮਰੇ ਚਲੀ ਗਈ। ਰੂਪ ਦੇ ਜਾਣ ਪਿੱਛੋਂ ਸੁਖਦੇਵ ਨੇ ਬਾਈ ਵੱਲ ਰੁਖ ਪਲਟਿਆ। ਉਹ ਨਿਰੀ ਸਰਪੰਚੀ ਕਰਦਾ ਏ ਕਿ ਕੁਝ ਕੰਮ ਵੀ ਕਰਦਾ ਏ? ਕੰਮ ਵੇਖਣਾ ਏ ਤਾਂ ਪਿੰਡ ਚੱਲ ਕੇ ਵੇਖ। ਬਾਈ ਨੇ ਇਸ ਤਰ੍ਹਾਂ ਆਖਿਆ ਜਿਵੇਂ ਉਸਨੂੰ ਆਪਣੇ ਕੰਮ ਤੇ ਮਾਣ ਸੀ। ਟੋਡੀਆਂ ਨੂੰ ਭੰਨ ਕੇ ਗੁੱਠੇ ਲਾਇਆ ਏ। ਅੱਗੇ ਜਣੇ ਖਣੇ ਦੀ ਪੁਲਿਸ ਤੋਂ ਬੇਇੱਜ਼ਤੀ ਕਰਵਾ ਦਿੰਦੇ ਸੀ। ਬਲਾਕ ਵਾਲਿਆਂ ਰਾਹੀਂ 2 ਗਲੀਆਂ ਪੱਕੀਆਂ ਕਰਵਾ ਦਿੱਤੀਆਂ। ਲਾਇਬ੍ਰੇਰੀ ਖੁਲਵਾ ਦਿੱਤੀ ਹੈ। ਲੋਕਾਂ ਦੇ ਨਹਾਉਣ ਲਈ ਖੂਹ ਉੱਤੇ ਹੌਜ ਬਣਵਾ ਦਿੱਤਾ ਹੈ। ਸ਼ਾਇਦ 2-3 ਮਹੀਨਿਆਂ ਤੱਕ ਬਲਾਕ ਵਾਲਿਆਂ ਦਾ ਮੇਲਾ ਵੀ ਕਰਵਾਈਏ। ਤੂੰ ਜ਼ਰੂਰ ਆਵੀਂ। ਇੱਕ ਪਾੜ ਪੁੱਟਿਆ ਏ, ਜੇ ਸਿਰੇ ਚੜ ਗਿਆ ਵਿੱਦਿਆ ਦੀ ਇਲਾਕੇ 'ਚ ਬੌਲੀ ਲਵਾ ਦਿਆਂਗਾ। ਇਹ ਕੰਮ ਵੀ ਕਰਦੇ ਜਾਓ, ਪਰ ਬੁਨਿਆਦੀ ਕੰਮ ਨਿੱਗਰ ਵਰਕਰਾਂ ਨੂੰ ਪੈਦਾ ਕਰਕੇ ਜਥੇਬੰਦੀ 'ਚ ਪਰੋਣਾ ਹੈ। ਸੁਧਾਰਵਾਦੀ ਕੰਮਾਂ ਨੂੰ ਇਸ ਢੰਗ ਨਾਲ ਕਰੋ ਕਿ ਉਹਨਾਂ ਦਾ ਸਿੱਟਾ ਨੇੜ ਭਵਿੱਖ ਵਿੱਚ ਪੁਰਾਣੇ ਸਮਾਜ ਦੀ ਥਾਂ ਨਵੇਂ ਸਮਾਜ ਵਿੱਚ ਪਲਟਾ ਨਿਕਲੇ। ਹਿੰਦੁਸਤਾਨ, ਖਾਸ ਕਰਕੇ ਪੰਜਾਬ ਵਿੱਚ ਜਿੰਨਾ ਚਿਰ ਕਿਸਾਨ ਨਹੀਂ ਉੱਠਦਾ, ਦੇਸ਼ ਦੀ ਸਮਾਜੀ ਰੀੜ੍ਹ ਮਜ਼ਬੂਤ ਨਹੀਂ ਹੁੰਦੀ। ਸਚਦੇਵ ਨੇ ਆਪਣੇ ਦੋਹਾਂ ਹੱਥਾਂ ਦੇ ਜੋੜ ਨੂੰ ਤੋੜ ਸੁੱਟਿਆ। ਬਾਹਰ ਖਲੋਤੀ ਰੂਪ ਨੇ ਅੰਦਰਲੀਆਂ ਗੱਲਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਅੱਜ ਉਸ ਦੀ ਰੂਹ ਦਾ ਖੇੜਾ ਮਿਉਂਦਾ ਨਹੀਂ ਸੀ, ਕਿਉਂਕਿ ਉਸ ਦਾ ਗੁਰੂ ਤੇ ਭਰਾ ਇੱਕੋ ਵਿਚਾਰ ਦੇ ਦੋਸਤ ਸਾਥੀ ਸਨ।